ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਵਿਧਾਨ ਸਭਾ ਚੋਣਾਂ ਤੇ ਔਰਤਾਂ। ਜੀ ਹਾਂ ਦੋਸਤੋ, ਜਦੋਂ ਸ਼ੁਰੂਆਤ ਦੇ ਵਿੱਚ ਹੀ ਆਪਾਂ ਨੂੰ ਦੱਸਤਾ ਔਰਤਾਂ, ਤਾਂ ਸਾਡੇ ਸਮਾਜ ਦੇ ਵਿੱਚ ਔਰਤਾਂ ਨੂੰ ਜਿਹੜਾ ਹੈਗਾ ਇੱਕ ਵਿਸ਼ੇਸ਼ ਸਥਾਨ ਦਿੱਤਾ ਗਿਆ, ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ। ਉੱਥੇ ਹੀ ਕਿਹਾ ਜਾਂਦਾ ਵੀ ਕਿ ਔਰਤਾਂ ਅੱਜ ਮਰਦਾਂ ਦੇ ਬਰਾਬਰ ਹਰ ਕੰਮ ਵਿੱਚ ਹਿੱਸਾ ਲੈ ਸਕਦੀਆਂ ਨੇ, ਬਰਾਬਰ ਖੜ ਸਕਦੀਆਂ ਨੇ, ਲੜ ਸਕਦੀਆਂ ਨੇ। ਉਸ ਦੇ ਬਾਵਜੂਦ ਵੀ ਸਾਡੇ ਸਮਾਜ ਦੇ ਵਿੱਚ ਔਰਤਾਂ ਨੂੰ ਆਪਣੇ ਹੱਕਾਂ ਲਈ, ਆਪਣੇ ਪਛਾਣ ਬਣਾਉਣ ਲਈ ਜਿਹੜਾ ਹੈਗਾ ਸਮੇਂ-ਸਮੇਂ 'ਤੇ ਹਰ ਥਾਂ 'ਤੇ, ਹਰ ਪਹਿਲੂ 'ਤੇ ਲੜਾਈ ਲੜਨੀ ਪੈਂਦੀ ਹੈ, ਲੰਬਾ ਸੰਘਰਸ਼ ਕਰਨਾ ਪੈਂਦਾ। ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਔਰਤਾਂ ਨੂੰ, ਗੱਲ ਪੂਰੇ ਦੇਸ਼ ਦੀ ਕਰੀਏ ਚਾਹੇ ਪੰਜਾਬ ਦੀ, ਤਾਂ ਉੱਥੇ ਔਰਤਾਂ ਨੂੰ ਵਿਤਕਰਿਆਂ ਦਾ, ਹਿੰਸਾ ਦਾ, ਨਾ ਬਰਾਬਰੀ ਦਾ, ਖਾਣ ਪੀਣ 'ਚ ਵਿਤਕਰੇ ਦਾ, ਘਰੋਂ ਬਾਹਰ ਨਿਕਲਣ ਸਮੇਂ ਜਿਹੜਾ ਹੈਗਾ ਕਈ ਤਰ੍ਹਾਂ ਦੀ ਪਾਬੰਦੀਆਂ ਦਾ, ਪਹਿਰਾਵੇ ਦਾ, ਇਸ ਤਰ੍ਹਾਂ ਦੀ ਜਿਹੜਾ ਹੈਗਾ ਕਈ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਇੰਨਾ ਹੀ ਨਹੀਂ, ਜੇਕਰ ਗੱਲ ਕਰੀਏ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਔਰਤਾਂ ਦੇ ਰਹਿਣ ਸਹਿਣ ਦੇ ਵਿੱਚ ਬਹੁਤ ਫਰਕ ਹੈ। ਜੇਕਰ ਦੇਖੀਏ ਪਿੰਡਾਂ ਦੇ ਵਿੱਚ ਤਾਂ ਔਰਤਾਂ ਨੂੰ ਬਹੁਤ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ। ਅੱਜ ਵੀ ਜਦੋਂ ਸਾਡਾ ਦੇਸ਼ ਬਹੁਤ ਆਧੁਨਿਕ ਭਾਰਤ ਦੀਆਂ ਗੱਲਾਂ ਕਰਦਾ, ਬਹੁਤ ਉੱਚੀਆਂ ਗੱਲਾਂ ਕਰਦਾ, ਵੱਡੀਆਂ ਗੱਲਾਂ ਕਰਦਾ, ਉਸ ਦੇ ਬਾਵਜੂਦ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਔਰਤਾਂ ਨੂੰ, ਮੁਟਿਆਰਾਂ ਨੂੰ ਕਿਵੇਂ ਦੱਬ ਕੇ ਰੱਖਿਆ ਜਾਂਦਾ, ਕਿਵੇਂ ਉਹਨਾਂ ਨੂੰ ਆਪਣੀ ਮਨਮਰਜ਼ੀ ਨਾਲ ਘਰੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ, ਕੱਪੜੇ ਨਹੀਂ ਪਾਉਣ ਦਿੱਤੇ ਜਾਂਦੇ, ਕਈ ਤਰ੍ਹਾਂ ਦੀ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ, ਜਿਸ ਦਾ ਕਾਰਨ ਕਿਤੇ ਨਾ ਕਿਤੇ ਜਿਹੜਾ ਹੈਗਾ ਸਾਡੀਆਂ ਸਰਕਾਰਾਂ, ਸਾਡੇ ਸਮਾਜ ਦੀ ਸੋਚ 'ਤੇ ਹਰ ਚੀਜ਼ ਨਿਰਭਰ ਕਰਦੀ ਹੈ। ਕਿਉਂਕਿ ਉਸ ਕਰਕੇ ਜਿਹੜਾ ਅੱਜ ਸਾਡੇ ਸਮਾਜ ਦੇ ਵਿੱਚ ਔਰਤਾਂ, ਜਿਨ੍ਹਾਂ ਦੀ ਕਿ ਪੁਰਸ਼ਾਂ ਦੇ ਬਰਾਬਰ ਜਿਹੜੀ ਇੱਕ ਅਹਿਮੀਅਤ ਹੈ, ਇੱਕ ਸਥਾਨ ਹੈ, ਗਿਣਤੀ ਉਹਨਾਂ ਦੇ ਬਰਾਬਰ ਹੈ, ਉਸ ਦੇ ਬਾਵਜੂਦ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਹਰ ਪਹਿਲੂ 'ਤੇ ਪਿੱਛੇ ਰੱਖਿਆ ਜਾਂਦਾ। ਦੋਸਤੋ, ਅਸੀਂ ਦੱਸਣਾ ਚਾਹਾਂਗੇ ਵੀ ਕਿ ਮੌਜੂਦਾ ਸਮੇਂ ਪੰਜਾਬ ਦੀਆਂ ਚੋਣਾਂ ਚੱਲ ਰਹੀਆਂ, ਹੋਰ ਵੀ ਜਿਹੜਾ ਹੈਗਾ 5 ਸੂਬਿਆਂ ਦੇ ਵਿੱਚ ਕੁੱਲ ਜਿਹੜਾ ਹੈਗਾ ਦੇਸ਼ 'ਚ ਚੋਣਾਂ ਚੱਲ ਰਹੀਆਂ। ਪਰ ਕਿਤੇ ਨਾ ਕਿਤੇ ਜਦੋਂ ਇਹਨਾਂ ਚੋਣਾਂ ਦੇ ਵਿੱਚ ਹਰ ਥਾਂ ਦੇ, ਹਰ ਵੱਖ-ਵੱਖ ਵਰਗਾਂ ਦੀ ਜਿਹੜਾ ਮੰਗਾਂ ਰੱਖੀਆਂ ਜਾ ਰਹੀਆਂ, ਮੁੱਦਿਆਂ ਨੂੰ ਉਭਾਰਿਆ ਜਾ ਰਿਹਾ, ਪਰ ਇਹਨਾਂ ਚੋਣਾਂ ਦੇ ਵਿੱਚ ਔਰਤਾਂ ਦਾ ਮੁੱਦਾ ਜਿਹੜਾ ਕਿਤੇ ਨਾ ਕਿਤੇ ਹਰ ਸੂਬੇ ਦੇ ਵਿੱਚ ਨਜ਼ਰਅੰਦਾਜ਼ ਕੀਤਾ ਗਿਆ। ਜਿੱਥੇ ਔਰਤਾਂ ਦੀ ਸਿੱਖਿਆ ਦੀ ਗੱਲ ਹੈ, ਔਰਤਾਂ ਦੀ ਸੁਰੱਖਿਆ ਦੀ ਗੱਲ ਹੈ, ਔਰਤਾਂ ਨੂੰ ਵਧੀਆ ਸਿਹਤ ਸਹੂਲਤਾਵਾਂ ਦੇਣ ਦੀ ਗੱਲ ਹੈ, ਔਰਤਾਂ ਨੂੰ ਬਣਦੇ ਜਿਹੜਾ ਹੈਗਾ ਰੁਜ਼ਗਾਰ ਦੇ ਵਿੱਚ ਉਹਨਾਂ ਦੀ ਤਨਖਾਹ, ਉਹਨਾਂ ਦੇ ਭੱਤੇ ਦੇਣ ਦੀ ਗੱਲ ਹੈ, ਹਰ ਵਰਗ ਤੋਂ ਜਿਹੜਾ ਹੈਗਾ ਨਕਾਰਿਆ ਜਾ ਰਿਹਾ। ਅਤੇ ਉਸ ਦੇ ਬਾਵਜੂਦ ਇਹਨਾਂ ਚੋਣਾਂ ਦੇ ਵਿੱਚ ਵੀ ਕੋਈ ਵੀ ਸਿਆਸੀ ਧਿਰ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ, ਔਰਤਾਂ ਦੇ ਹੱਕਾਂ ਨੂੰ ਲੈ ਕੇ ਬੋਲਣ ਲਈ ਤਿਆਰ ਨਹੀਂ ਹੈ। ਉਹ ਗੱਲ ਕਰਦੇ ਨੇ ਵੱਖ-ਵੱਖ ਵਰਗਾਂ ਦੀ, ਵੱਖ-ਵੱਖ ਕਮਿਊਨਿਟੀਜ਼ ਦੀ ਜਿਹੜਾ ਹੈਗਾ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ, ਪਰ ਔਰਤਾਂ ਨੂੰ ਲੈ ਕੇ ਜਿਹੜਾ ਹੈਗਾ ਕੋਈ ਵੀ ਧਿਰ ਗੱਲ ਨਹੀਂ ਕਰ ਰਿਹਾ। ਦੋਸਤੋ, ਸ਼ੁਰੂਆਤ ਦੇ ਵਿੱਚ ਅਸੀਂ ਇਹ ਵੀ ਦੱਸਣਾ ਚਾਹਾਂਗੇ, ਪਿਛਲੇ ਦਿਨੀ ਜਿਹੜਾ ਹੈਗਾ ਇੱਕ SDG ਸੂਚਕ ਅੰਕ, ਟਿਕਾਊ ਵਿਕਾਸ ਟੀਚਿਆਂ ਦੀ ਜਿਹੜੀ ਇੱਕ ਰਿਪੋਰਟ ਜਿਹੜੀ ਆਈ ਹੈ 2020-21 ਦੀ ਰਿਪੋਰਟ ਦੇ ਵਿੱਚ ਇੱਕ ਚੀਜ਼ ਸਾਫ਼ ਦੱਸਿਆ ਗਿਆ ਵੀ ਕਿ ਪੰਜਾਬ ਦੇ ਵਿੱਚ ਲਿੰਗ ਅਨੁਪਾਤ ਦੀ ਦਰ ਦੇਖੀਏ ਤਾਂ 890 ਰਹਿ ਚੁੱਕੀ ਹੈ। 1000 ਮੁੰਡਿਆਂ ਦੇ ਪਿੱਛੇ ਜਿਹੜਾ 890 ਕੁੜੀਆਂ ਦੀ ਗਿਣਤੀ ਬਣਦੀ ਹੈ। ਇਸ ਤੋਂ ਸਾਫ਼ ਹੁੰਦਾ ਹੈ ਵੀ ਕਿ ਹਲੇ ਵੀ ਸਾਡੇ ਦੇਸ਼ ਦੇ ਵਿੱਚ ਕੁੜੀਆਂ ਨੂੰ ਜਿਹੜਾ ਹੈਗਾ ਨਕਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਵੇਂ ਉਹਨਾਂ ਨੂੰ ਕੁੱਖ ਦੇ ਵਿੱਚ ਹੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਵੀ ਕਿ ਇਹਨਾਂ ਸਭ ਬਾਰੇ ਸਾਡੇ ਸਮਾਜ ਨੂੰ ਇਕੱਠੇ ਹੋ ਕੇ ਸੋਚਣ ਦੀ ਲੋੜ ਹੈ ਵੀ ਕਿ ਅੱਜ ਜਿੰਨਾ ਕਿ ਇੱਕ ਮਰਦ, ਇੱਕ ਪੁਰਸ਼, ਇੱਕ ਲੜਕਾ ਕੰਮ ਕਰ ਸਕਦਾ ਹੈ, ਓਨਾ ਹੀ ਸਾਡੀ ਮੁਟਿਆਰਾਂ, ਔਰਤਾਂ, ਮਹਿਲਾਵਾਂ ਜਿਹੜੀਆਂ ਨੇ ਬਰਾਬਰ ਖੜ ਕੇ ਕੰਮ ਕਰ ਸਕਦੀਆਂ ਨੇ, ਹਰ ਵਰਗ, ਹਰ ਥਾਂ 'ਤੇ ਕੰਮ ਕਰ ਸਕਦੀਆਂ ਨੇ। ਇਸ ਲਈ ਜਿਹੜਾ ਹੈਗਾ ਉਹਨਾਂ ਨੂੰ ਵੀ ਬਰਾਬਰ ਅਧਿਕਾਰ ਦੇਣ ਦੀ ਲੋੜ ਹੈ। ਇਹ ਹੁਣ ਤੱਕ ਜਿਹੜੀਆਂ ਬਰਾਬਰ ਅਧਿਕਾਰ ਦੀਆਂ ਗੱਲਾਂ ਸਿਰਫ ਗੱਲੀ ਬਾਤੀ ਤਾਂ ਹਰ ਸਰਕਾਰ, ਹਰ ਸਿਆਸੀ ਧਿਰ ਕਰਦੀ ਹੈ, ਪਰ ਦੇਣ ਦੇ ਵਿੱਚ ਕੋਈ ਵੀ ਕਾਮਯਾਬ ਨਹੀਂ ਹੋ ਸਕਦਾ। ਦੋਸਤੋ, ਜਿਵੇਂ ਕਿ ਦੱਸਿਆ ਵੀ ਕਿ ਗੱਲ ਕਰ ਰਹੇ ਹਾਂ ਚੋਣਾਂ ਦੀ, ਤਾਂ ਇਸ ਸਮੇਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਦੇਖਿਆ ਜਾਵੇ ਤਾਂ ਔਰਤਾਂ ਦੀ ਗਿਣਤੀ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਇੱਕ ਹਫ਼ਤੇ ਦੇ ਕਰੀਬ ਸਮਾਂ ਰਹਿ ਚੁੱਕਿਆ। ਸਿਆਸੀ ਪਾਰਟੀਆਂ ਮੁਫਤਖੋਰੀ ਸਿਆਸਤ ਕਰਨ 'ਤੇ ਲੱਗੀਆਂ ਹੋਈਆਂ ਨੇ। ਵੱਖ-ਵੱਖ ਜਿਹੜਾ ਹੈਗਾ ਤਰ੍ਹਾਂ ਦੀ ਲੋਕਾਂ ਨੂੰ ਮੁਫਤ, ਕਿਸੇ ਨੂੰ ਚਾਹੇ 1000 ਪੈਨਸ਼ਨ ਦੇਣ ਦੀ ਗੱਲ ਕੀਤੀ ਜਾ ਰਹੀ ਹੋਵੇ, ਕੁਛ ਕੀਤਾ ਜਾ ਰਿਹਾ ਹੋਵੇ, ਪਰ ਕੋਈ ਵੀ ਔਰਤਾਂ ਦੇ ਹੱਕਾਂ ਦੀ ਗੱਲ ਕਰਨ ਲਈ ਤਿਆਰ ਨਹੀਂ ਹੈ। ਦੋਸਤੋ, ਪੰਜਾਬ ਵਿਧਾਨ ਸਭਾ ਚੋਣਾਂ 'ਚ ਕੁੱਲ ਹੁਣ ਤੱਕ 1304 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹੋਏ ਨੇ, ਜਿਨ੍ਹਾਂ ਨੂੰ ਲੈ ਕੇ ਆਪਣਾ ਵੱਖ-ਵੱਖ ਜਿਹੜਾ ਆਪਣੇ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ। ਪਰ ਜੇਕਰ ਦੇਖੀਏ ਤਾਂ 1304 ਉਮੀਦਵਾਰਾਂ ਦੇ ਵਿੱਚ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ। 1304 ਦੇ ਵਿੱਚ ਔਰਤਾਂ ਦੀ ਗਿਣਤੀ
ਸਿਰਫ 93 ਜਿਹੜੇ ਕਿ 2 ਅੱਖਰਾਂ ਦੇ ਵਿੱਚ ਸਿਮਟ ਕੇ ਰਹਿ ਚੁੱਕੀ ਹੈ। ਕੋਈ ਵੀ ਚਾਹੇ ਸਿਆਸੀ ਧਿਰ ਹੋਵੇ, ਚਾਹੇ ਸਮਾਜਿਕ ਜਥੇਬੰਦੀਆਂ ਹੋਣ, ਚੋਣ ਮੈਦਾਨ 'ਚ ਔਰਤਾਂ ਨੂੰ ਉਤਾਰਨ ਲਈ ਤਿਆਰ ਹੀ ਨਹੀਂ। ਅਤੇ ਇਸ ਤੋਂ ਸਪਸ਼ਟ ਹੁੰਦਾ ਹੈ ਵੀ ਕਿ ਸਾਡੀ ਸਿਆਸੀ ਪਾਰਟੀਆਂ ਕਿੱਥੇ ਔਰਤਾਂ ਦੇ ਹੱਕਾਂ ਦੀ ਗੱਲ ਕਰ ਸਕਦੀਆਂ ਨੇ, ਕਿੱਥੇ ਕਰਨਗੀਆਂ। ਦੋਸਤੋ, ਇਹਦੇ ਨਾਲ ਹੀ ਦੱਸਣਾ ਚਾਹਾਂਗੇ, ਪੰਜਾਬ ਦੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ ਤੋਂ ਵੱਧ ਹੈ, ਜਿਹਦੇ ਵਿੱਚ 48% ਤੋਂ ਉੱਪਰ 1 ਕਰੋੜ ਦੇ ਕਰੀਬ ਵੋਟਰ ਜਿਹੜੇ ਨੇ ਉਹ ਮਹਿਲਾ ਵੋਟਰ ਨੇ। ਪਰ ਉਸ ਦੇ ਬਾਵਜੂਦ ਜਦੋਂ ਇੱਕ ਪਾਸੇ 48% ਤੋਂ ਵੱਧ ਔਰਤ ਮਹਿਲਾ ਵੋਟਰ ਹੋਵੇ, ਉਸ ਦੇ ਬਾਵਜੂਦ ਜਿਹੜਾ ਹੈਗਾ ਮਹਿਲਾ ਜਿਹੜੇ ਕੈਂਡੀਡੇਟ ਨੇ, ਉਮੀਦਵਾਰ ਨੇ, ਉਹਨਾਂ ਦੀ ਗਿਣਤੀ ਸਿਰਫ 93, ਜੋ ਕਿ 7% ਬਣਦੀ ਹੈ ਵੀ ਕਿ ਉਹ ਚੋਣ ਮੈਦਾਨ 'ਚ ਹੋਵੇ। ਇਸ ਤੋਂ ਪਤਾ ਲੱਗਦਾ ਵੀ ਕਿ ਸਾਡੇ ਵਿੱਚ ਹਲੇ ਵੀ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਔਰਤਾਂ ਨੂੰ ਕਮਜ਼ੋਰ ਮੰਨਦੀਆਂ ਨੇ, ਉਹਨਾਂ 'ਚ ਵਿਤਕਰਾ ਕਰਦੀਆਂ ਨੇ, ਜੋ ਕਿ ਉਸ ਬਾਰੇ ਵਿਚਾਰ ਕਰਨ ਦੀ ਲੋੜ ਹੈ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਵੱਧ ਗਿਣਤੀ ਦੇ ਵਿੱਚ ਔਰਤਾਂ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਲੋੜ ਹੈ। ਦੋਸਤੋ, ਅਸੀਂ ਦੱਸਣਾ ਚਾਹਾਂਗੇ, ਜਿੱਥੇ 93 ਔਰਤਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ, ਉੱਥੇ ਜਿਹੜਾ ਹੈਗਾ ਸਭ ਤੋਂ ਵੱਧ ਜਿਹੜੀ ਹੈਗੀ ਹੈ ਔਰਤਾਂ ਦੀ ਗਿਣਤੀ ਆਮ ਆਦਮੀ ਪਾਰਟੀ ਦੇ ਵਿੱਚ ਉਮੀਦਵਾਰਾਂ 'ਚ ਦੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ 12 ਔਰਤ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਗਏ ਨੇ। ਉੱਥੇ ਹੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ 11 ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ। ਅਤੇ ਉੱਥੇ ਹੀ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਵੀ ਜਿਹੜਾ ਹੈਗਾ 9 ਉਮੀਦਵਾਰਾਂ ਨੂੰ ਜਿਹੜਾ ਮਹਿਲਾ ਉਮੀਦਵਾਰ ਹੈ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਜਿਹੜਾ ਹੈਗਾ 7 ਮਹਿਲਾਵਾਂ ਨੂੰ ਸਿਰਫ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਅਤੇ ਟਿਕਟਾਂ ਦਿੱਤੀਆਂ ਗਈਆਂ। ਉੱਥੇ ਹੀ ਜੇਕਰ ਦੇਖੀਏ ਤਾਂ ਇਸ ਸਮੇਂ ਆਜ਼ਾਦ ਤੌਰ 'ਤੇ ਜਿਹੜਾ ਹੈਗਾ 52 ਔਰਤਾਂ ਚੋਣ ਮੈਦਾਨ ਦੇ ਵਿੱਚ ਆਪਣੀ ਆਪਣੀ ਕਿਸਮਤ ਅਜਮਾ ਰਹੀਆਂ ਨੇ, ਆਪਣੇ ਆਪਣੇ ਹੱਕਾਂ ਨੂੰ ਲੈ ਕੇ ਜਿਹੜਾ ਹੈਗਾ ਸੂਬੇ ਦੇ ਵਿਕਾਸ ਨੂੰ ਲੈ ਕੇ ਲੜਾਈ ਕਰ ਰਹੀਆਂ ਨੇ। ਅਤੇ ਦੇਖਣ ਵਾਲੀ ਗੱਲ ਇਹ ਹੋਏਗੀ ਵੀ ਕਿ ਕਿਸ ਨੂੰ ਕਿੰਨੀ ਕੁ ਵੋਟ ਪੈਂਦੀ ਹੈ, ਤਾਂ 20 ਫਰਵਰੀ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਜਿਵੇਂ ਕੀ ਕਹਿੰਦੇ ਆ, ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਚੋਣ ਮੈਦਾਨ ਦੇ ਵਿੱਚ ਔਰਤਾਂ ਉਤਾਰੀਆਂ ਗਈਆਂ, ਉਸ ਤੋਂ ਸਪਸ਼ਟ ਹੁੰਦਾ ਕਿ ਕਿਤੇ ਨਾ ਕਿਤੇ ਔਰਤਾਂ ਨੂੰ ਲੈ ਕੇ ਹਲੇ ਵੀ ਸਿਆਸੀ ਧਿਰਾਂ ਅਸਮੰਜਸ 'ਚ ਦਿਖਾਈ ਦੇ ਰਹੀਆਂ ਨੇ ਵੀ ਕਿ ਕੀ ਚੋਣਾਂ ਦੇ ਖੇਤਰ ਦੇ ਵਿੱਚ ਔਰਤਾਂ ਜਿਹੜੀਆਂ ਉਹ ਕਾਮਯਾਬ ਹੋ ਸਕਣਗੀਆਂ। ਦੋਸਤੋ, ਉਰੇ ਵੱਡੀ ਗੱਲ ਇਹ ਆਉਂਦੀ ਹੈ ਵੀ ਕਿ ਕਾਂਗਰਸ ਪਾਰਟੀ ਵੱਲੋਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈ ਲੜਕੀ ਹੂੰ ਲੜ ਸਕਤੀ ਹੂੰ ਦਾ ਨਾਅਰਾ ਦਿੰਦਿਆਂ 40% ਟਿਕਟਾਂ ਜਿਹੜੀਆਂ ਨੇ ਔਰਤ ਉਮੀਦਵਾਰਾਂ ਨੂੰ ਦੇਣ ਦਾ ਐਲਾਨ ਕੀਤਾ। ਪਰ ਉੱਥੇ ਦੇਖਣ ਵਾਲੀ ਗੱਲ ਇਹ ਹੈ ਵੀ ਕਿ ਉੱਥੇ 40% ਔਰਤਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ, ਅਤੇ ਉਰੇ ਸਾਡੇ ਪੰਜਾਬ ਦੇ ਵਿੱਚ ਜਦੋਂ ਚੋਣਾਂ ਹੋ ਰਹੀਆਂ ਨੇ ਤਾਂ ਸਿਰਫ 117 ਦੇ ਵਿੱਚੋਂ 11 ਔਰਤ ਉਮੀਦਵਾਰਾਂ ਨੂੰ ਹੀ ਚੋਣ ਮੈਦਾਨ 'ਚ ਉਤਾਰਿਆ ਜਾਂਦਾ, ਜਿਨ੍ਹਾਂ ਦੀ ਗਿਣਤੀ ਦੇਖੀਏ ਤਾਂ 10% ਵੀ ਨਹੀਂ ਬਣਦੀ। ਭਾਵੇਂ ਉੱਤਰ ਪ੍ਰਦੇਸ਼ ਦੇ ਔਰ ਪੰਜਾਬ ਦੇ ਮੁੱਦੇ ਵੱਖੋ ਵੱਖਰੇ ਨੇ, ਉੱਥੇ ਦੇ ਹਾਲਾਤ ਕੁਛ ਹੋਰ ਨੇ, ਉਰੇ ਹਾਲਾਤ ਕੁਛ ਹੋਰ ਨੇ, ਪਰ ਉਸ ਦੇ ਬਾਵਜੂਦ ਜਦੋਂ ਉੱਥੇ 40% ਜਿਹੜੀ ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ ਤਾਂ ਉਹ ਪੰਜਾਬ ਦੇ ਵਿੱਚ ਵੀ ਇੰਪਲੀਮੈਂਟ ਕੀਤਾ ਜਾ ਸਕੇ। 40% ਨਹੀਂ ਨੇ 25% ਔਰਤਾਂ ਨੂੰ ਵੀ ਚੋਣ ਮੈਦਾਨ 'ਚ ਉਤਾਰ ਕੇ ਇੱਕ ਕੋਈ ਨਵੀਂ ਉਦਾਹਰਨ ਸੈੱਟ ਕੀਤੀ ਜਾ ਸਕਦੀ ਸੀ, ਕੋਈ ਨਵੀਂ ਸੋਚ ਜਿਹੜੀ ਹੈ ਜਗ ਜ਼ਾਹਰ ਕੀਤੀ ਜਾ ਸਕਦੀ। ਪਰ ਜਿਹੜੀ ਹੈ ਕਾਂਗਰਸ ਪਾਰਟੀ ਵੱਲੋਂ ਉੱਥੇ ਕੁਝ ਹੋਰ ਕੀਤਾ ਗਿਆ ਅਤੇ ਪੰਜਾਬ 'ਚ ਕੁਝ ਹੋਰ, ਇਸ ਤਰ੍ਹਾਂ ਜਿਹੜਾ ਹੈ ਉਹਨਾਂ ਦੀ ਸੋਚ ਦਾ ਵੀ ਪਤਾ ਲੱਗਦਾ। ਇਸੇ ਤਰ੍ਹਾਂ ਹੋਰਨਾਂ ਸਿਆਸੀ ਪਾਰਟੀਆਂ ਵੀ ਜਿਹੜੇ ਹੈਗੀਆਂ ਹੁਣ ਤੱਕ ਔਰਤਾਂ ਨੂੰ ਲੈ ਕੇ ਗੱਲਾਂ ਤਾਂ ਭਾਵੇਂ ਬਹੁਤ ਵੱਡੀ ਕਰਦੀਆਂ ਰਹੀਆਂ ਨੇ, ਪਰ ਔਰਤਾਂ ਨੂੰ ਕੋਈ ਵੱਡੇ ਫੈਸਲੇ ਨਹੀਂ ਲੈ ਸਕੀਆਂ। ਆਪਣੇ ਚੋਣ ਘੋਸ਼ਣਾ ਪੱਤਰ 'ਚ ਔਰਤਾਂ ਲਈ ਕੋਈ ਵੱਡੇ ਐਲਾਨ ਨਹੀਂ ਕਰ ਸਕੀਆਂ ਵੀ ਕਿ ਅਸੀਂ 5 ਸਾਲਾਂ 'ਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ, ਔਰਤਾਂ ਦੀ ਸਿੱਖਿਆ ਨੂੰ, ਸਿਹਤ ਨੂੰ ਲੈ ਕੇ ਅਸੀਂ ਕੁਝ ਕਰਨਾ। ਇਸ ਬਾਰੇ ਕੋਈ ਵੀ ਜਿਹੜਾ ਸਥਿਤੀ ਸਪਸ਼ਟ ਨਹੀਂ ਕਰ ਸਕੀਆਂ। ਇਸ ਤੋਂ ਜਿਹੜਾ ਹੈਗਾ ਹੁਣ ਸਾਡੇ ਸਮਾਜ ਨੂੰ ਵੀ ਸੋਚਣ ਦੀ ਲੋੜ ਹੈ ਵੀ ਕਿ ਸਿਆਸੀ ਧਿਰਾਂ ਨੂੰ ਕਿਤੇ ਨਾ ਕਿਤੇ ਇਸ ਪਾਸੇ ਵੱਲ ਵੀ ਸੋਚਣ ਲਈ ਮਜਬੂਰ ਕੀਤਾ ਜਾਵੇ, ਤਾਂ ਜੋ ਜਿਹੜਾ ਹੈਗਾ ਔਰਤਾਂ ਨੂੰ ਵੀ ਬਰਾਬਰੀ ਦੇ ਅਧਿਕਾਰ ਦਿੱਤੇ ਜਾਣ। ਦੋਸਤੋ, ਮੌਜੂਦਾ ਸਮੇਂ ਦੇਖ ਰਹੇ ਹਾਂ ਸਾਡੇ ਜਿਹੜੇ ਔਰਤ ਵਰਗ ਹੈ, ਮੁਟਿਆਰਾਂ ਨੇ, ਉਹ ਪੜ੍ਹਾਈ ਦੇ ਵਿੱਚ ਮੁੰਡਿਆਂ ਨਾਲੋਂ ਕਿਤੇ ਅੱਗੇ ਲੰਘ ਚੁੱਕੀਆਂ ਨੇ। ਵੱਖ-ਵੱਖ ਜਿੰਨੀ ਵੀ ਪ੍ਰੀਖਿਆਵਾਂ ਹੋ ਰਹੀਆਂ ਨੇ, ਚਾਹੇ IAS PCS ਜੁਡੀਸ਼ੀਅਲ ਦੀਆਂ ਜਾਂ ਹੋਰ ਸਰਕਾਰੀ ਅਹੁਦਿਆਂ ਦੀ ਜਿੰਨੀਆਂ ਵੀ ਪ੍ਰੀਖਿਆਵਾਂ ਨੇ, ਉਹ 'ਚ ਔਰਤਾਂ ਜਿਹੜੀਆਂ ਨੇ ਮੋਹਰੀ ਰਹਿ ਰਹੀਆਂ ਨੇ, ਉਹ ਜ਼ਿਆਦਾ ਅੰਕ ਪ੍ਰਾਪਤ ਕਰ ਰਹੀਆਂ ਨੇ। ਇਸੇ ਤਰ੍ਹਾਂ ਚਾਹੇ ਬੋਰਡ ਦੀ ਪ੍ਰੀਖਿਆਵਾਂ 10ਵੀਂ ਦੀ ਹੋਣ, 12ਵੀਂ ਦੀ ਹੋਣ, ਚਾਹੇ ਹੋਰ ਯੂਨੀਵਰਸਿਟੀ ਕਾਲਜਾਂ ਦੀ ਪ੍ਰੀਖਿਆਵਾਂ ਹੋਣ, ਉਸ 'ਚ ਵੀ ਮੋਹਰੀ ਰਹਿਣ ਵਾਲਿਆਂ 'ਚ ਕੁੜੀਆਂ ਦੀ ਜਿਹੜੀ ਹੈਗੀ ਗਿਣਤੀ ਬਹੁਤ ਜ਼ਿਆਦਾ ਹੈ। ਪਰ ਉਸ ਦੇ ਬਾਵਜੂਦ ਸਾਡੇ ਸਮਾਜ 'ਚ ਔਰਤਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ। ਜੇਕਰ ਗੱਲ ਕਰੀਏ ਤਾਂ ਸਾਡੇ ਜਿਹੜਾ ਹੈਗਾ ਉਰੇ ਔਰਤਾਂ ਦੇ ਗੁਜ਼ਾਰੇ ਲਈ ਕਿ ਆਸ਼ਾ ਵਰਕਰ, ਆਂਗਨਵਾੜੀ ਵਰਕਰ ਜਿਹੜੇ ਨੇ, ਜਾਂ ਮਨਰੇਗਾ ਸਕੀਮਾਂ, ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਜਿਹੜੇ ਕੰਮਕਾਰ ਸ਼ੁਰੂ ਕੀਤੇ ਨੇ। ਗੱਲ ਕਰੀਏ ਆਸ਼ਾ ਵਰਕਰ ਦੀ ਤਾਂ ਆਸ਼ਾ ਵਰਕਰਾਂ ਦੀ ਗਿਣਤੀ ਪੰਜਾਬ ਦੇ ਵਿੱਚ 22,000 ਤੋਂ ਵੱਧ ਹੈ। ਪਰ
ਜੇਕਰ ਉਹਨਾਂ ਨੂੰ ਦੇਖਿਆ ਜਾਵੇ ਤਾਂ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਕੀ ਜਾ ਰਿਹਾ ਸਿਰਫ 5000 ਰੁਪਏ ਮਹੀਨਾ, ਉਹ ਵੀ ਕਈ ਮਹੀਨੇ ਨਹੀਂ ਮਿਲ ਪਾਉਂਦਾ। ਇਸ ਦੇ ਨਾਲ ਹੀ ਗੱਲ ਕਰੀਏ ਆਂਗਨਵਾੜੀ ਵਰਕਰਾਂ ਦੀ, ਆਂਗਨਵਾੜੀ ਵਰਕਰਾਂ ਦੀ ਗਿਣਤੀ ਜਿਹੜੀ ਹੈ ਇਸ ਸਮੇਂ ਪੰਜਾਬ ਦੇ ਵਿੱਚ 17000 ਤੋਂ ਵੱਧ ਜਿਹੜੀ ਹੈਗੀ ਹੈ ਗਿਣਤੀ ਉਹ ਆਂਗਨਵਾੜੀ ਵਰਕਰਾਂ ਦੀ ਹੈ। ਉੱਥੇ ਉਹਨਾਂ ਦੇ ਨਾਲ ਜਿਹੜਾ ਹੈ 26000 ਤੋਂ ਵੱਧ ਆਂਗਨਵਾੜੀ ਹੈਲਪਰ ਰੱਖੇ ਗਏ ਨੇ, ਅਤੇ ਇਸ ਤਰ੍ਹਾਂ ਹੀ ਜਿਹੜਾ ਹੈਗਾ 12000 ਤੋਂ ਵੱਧ ਮਿੰਨੀ ਆਂਗਨਵਾੜੀ ਵਰਕਰ ਜਿਹੜੇ ਨੇ ਰੱਖੀ ਗਈਆਂ ਨੇ, ਜਿਨ੍ਹਾਂ ਨੂੰ ਕੀ ਦਿੱਤਾ ਜਾ ਰਿਹਾ ਸਰਕਾਰ ਵੱਲੋਂ 4000 ਤੋਂ ਲੈ ਕੇ 8000 ਰੁਪਏ ਤੱਕ ਦਿੱਤਾ ਜਾ ਰਿਹਾ। ਇਸ ਦੇ ਨਾਲ ਹੀ ਆਪਾਂ ਗੱਲ ਕਰੀਏ ਮਿਡ ਡੇ ਮੀਲ ਦੀ, ਮਿਡ ਡੇ ਮੀਲ ਦੇ ਵਿੱਚ ਸਾਡਾ ਵੱਡੀ ਗਿਣਤੀ 'ਚ ਔਰਤਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ, ਜਿਨ੍ਹਾਂ ਨੂੰ ਨਾ ਮਾਤਰ 2 ਤੋਂ 3000 4000 ਰੁਪਏ ਦੇ ਕੇ ਜਿਹੜਾ ਸਿਰਫ ਗੁਜ਼ਾਰਾ ਕੀਤਾ ਜਾ ਰਿਹਾ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੀ ਔਰਤ ਸਵੇਰੇ 8 ਵਜੇ ਤੋਂ ਲੈ ਕੇ 9 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ 3 ਵਜੇ ਤੱਕ ਜਾਂ 5 ਵਜੇ ਤੱਕ ਕੰਮ ਕਰ ਰਹੀਆਂ ਨੇ, ਉਹ ਇੱਕ ਪੁਰਸ਼ਾਂ ਦੇ ਬਰਾਬਰ ਕੰਮ ਕਰ ਰਹੀਆਂ ਨੇ, ਪਰ ਉਸ ਦੇ ਬਾਵਜੂਦ ਉਹਨਾਂ ਨੂੰ ਤਨਖਾਹ ਕਿੰਨੀ ਮਿਲ ਰਹੀ ਹੈ 5000 ਰੁਪਏ। 5000 ਰੁਪਏ 'ਚ ਕੀ ਜਿਹੜਾ ਹੈਗਾ ਗੁਜ਼ਾਰਾ ਕੀਤਾ ਜਾਏਗਾ। ਇਹ ਤਾਂ ਜੇਕਰ ਦੇਖੀਏ DC ਰੇਟ ਤੋਂ ਵੀ ਕਿਤੇ ਘੱਟ ਹੈ, ਕਿਉਂਕਿ DC ਰੇਟ ਵੀ ਇਹਨਾਂ ਨਾਲੋਂ ਕਿਤੇ ਵੱਧ ਹੁੰਦਾ, ਪਰ ਸਰਕਾਰ ਇਹਨਾਂ ਤੋਂ ਕੰਮ ਕਰਾਉਂਦੀ ਹੈ, ਪਰ ਇਹਨਾਂ ਨੂੰ ਜਿਹੜਾ ਹੈਗਾ ਕੋਈ ਵੀ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ। ਉਸ ਦੇ ਨਾਲ ਹੀ ਦੇਖੀਏ ਤਾਂ ਸਾਡੀ ਸਿਆਸੀ ਧਿਰਾਂ ਵੀ ਔਰਤਾਂ ਲਈ ਕੀ ਕਰ ਰਹੀਆਂ ਨੇ, ਉਹ ਐਲਾਨ ਕਰ ਰਹੀਆਂ ਨੇ ਅਸੀਂ 1000 ਰੁਪਏ ਮਹੀਨਾ ਪੈਨਸ਼ਨ ਦੇਵਾਂਗੇ, ਦੂਜੀ ਪਾਰਟੀ ਆ ਕੇ ਕਹਿੰਦੀ ਹੈ ਅਸੀਂ 2000 ਰੁਪਏ ਮਹੀਨਾ ਪੈਨਸ਼ਨ ਦੇਵਾਂਗੇ, ਜਾਂ ਹੋਰ ਤੀਜੀ ਪਾਰਟੀ ਆ ਕੇ ਅਸੀਂ ਨਾਲ ਗੈਸ ਸਿਲੰਡਰ ਮੁਫਤ ਦੇ ਦਾਂਗੇ। ਪਰ ਲੋੜ ਇਹ ਹੈ ਮੌਜੂਦਾ ਸਮੇਂ 'ਚ ਔਰਤਾਂ ਜਿਹੜੀਆਂ ਨੇ ਉਹ ਮਰਦਾਂ ਦੇ ਬਰਾਬਰ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਇਸ ਤਰ੍ਹਾਂ ਮੁਫਤ ਖੋਰੇ 1000 ਰੁਪਏ ਮਹੀਨੇ ਪੈਨਸ਼ਨ ਤੱਕ ਨਾ ਸਮੇਟ ਕੇ ਰੱਖਿਆ ਜਾਵੇ, ਕਿਉਂਕਿ ਉਹ ਜਿੱਥੇ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਜਾਣਦੀਆਂ ਨੇ ਤਾਂ ਉਹ ਘਰ ਦਾ ਵੀ ਸਾਰਾ ਕੰਮਕਾਰ ਉਹੀ ਸਾਂਭਦੀਆਂ ਨੇ। ਜੇਕਰ ਦੇਖੀਏ ਤਾਂ ਉਹਨਾਂ ਦੇ ਕੰਮਕਾਰ ਦਾ ਤਰੀਕਾ ਇੱਕ ਮਰਦ ਨਾਲੋਂ ਇੱਕ ਪੁਰਸ਼ ਨਾਲੋਂ ਕਿਤੇ ਜ਼ਿਆਦਾ ਵੱਧ ਹੋ ਜਾਂਦਾ। ਉਹ ਸਵੇਰੇ 4 ਵਜੇ ਤੋਂ 5 ਵਜੇ ਤੋਂ ਉੱਠ ਕੇ ਰਾਤੀ 11 ਵਜੇ ਤੱਕ ਜਿਹੜਾ ਉਹ ਘਰਾਂ ਦੇ ਵਿੱਚ ਵੀ ਕੰਮ ਕਰਦੀਆਂ ਨੇ, ਅਤੇ ਇਸ ਲਈ ਜਿਹੜਾ ਹੈਗਾ ਇਹਨਾਂ ਨੂੰ 1000 ਰੁਪਏ 2000 ਰੁਪਏ ਮਹੀਨਾ ਪੈਨਸ਼ਨ ਨਹੀਂ, ਉਹਨਾਂ ਨੂੰ ਰੁਜ਼ਗਾਰ ਦੇ ਵਿੱਚ ਜਿਹੜਾ ਹੈਗਾ ਬਣਦਾ ਮਾਨ ਸਨਮਾਨ ਜਾਂ ਹੋਰ ਸਮਾਜ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੂੰ ਬਣਦੇ ਬਰਾਬਰੀ ਦੇ ਅਧਿਕਾਰ ਦੇਣ ਦੀ ਲੋੜ ਹੈ। ਦੇਖੀਏ ਤਾਂ ਮਹਿਲਾਵਾਂ ਨਾਲ ਸਮਾਜ ਦੇ ਵਿੱਚ ਅਤਿਆਚਾਰਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ, ਕਿਉਂਕਿ ਪਿਛਲੇ ਆંકੜੇ ਦੇਖਦੇ ਹਾਂ ਤਾਂ ਹਰ ਸਾਲ ਦੇਸ਼ ਦੇ ਵਿੱਚ ਜਬਰ ਜਨਾਹ ਦੇ ਆંકੜਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪਰ ਕਿਤੇ ਨਾ ਕਿਤੇ ਔਰਤਾਂ ਨੂੰ ਆਪਣੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਅਤਿਆਚਾਰ ਨੂੰ ਲੈ ਕੇ ਫੈਸਲੇ ਕਰਾਉਣ ਲਈ ਵੀ ਕਈ ਸਾਲ ਅਦਾਲਤਾਂ 'ਚ ਥਾਣਿਆਂ 'ਚ ਧੱਕੇ ਖਾਣ ਲਈ ਮਜਬੂਰ ਹੋਣਾ ਪੈਂਦਾ। ਉੱਥੇ ਦੀਆਂ ਜਿੰਨੇ ਵੀ ਚਾਹੇ ਉਹ ਅਦਾਲਤਾਂ 'ਚ ਕੇਸ ਲਟਕਦੇ ਰਹਿੰਦੇ ਨੇ, ਥਾਣਿਆਂ ਦੇ ਵਿੱਚ ਪੁਲਿਸ ਉਹਨਾਂ ਦੀ ਸੁਣਵਾਈ ਕਰਕੇ ਰਾਜੀ ਨਹੀਂ, ਅਤੇ ਇਸ ਤੋਂ ਜਿਹੜਾ ਹੈਗਾ ਉੱਧਰ ਵੀ ਇੱਕ ਨਵੀਂ ਨੀਤੀਆਂ ਨਵੀਂ ਪਾਲਿਸੀਆਂ ਬਣਾਉਣ ਦੀ ਲੋੜ ਹੈ ਤਾਂ ਜੋ ਔਰਤਾਂ ਨਾਲ ਸੰਬੰਧਿਤ ਜਿੰਨੇ ਵੀ ਮਾਮਲੇ ਨੇ ਉਹਨਾਂ ਦੀ ਤੁਰੰਤ ਸੁਣਵਾਈ ਹੋ ਸਕੇ। ਦੋਸਤੋ ਇੱਥੇ ਇੱਕ ਵੱਡੀ ਗੱਲ ਇਹ ਆਉਂਦੀ ਹੈ, ਭਾਵੇਂ ਅੱਜ ਦੇ ਸਮੇਂ ਔਰਤਾਂ ਨੂੰ ਜਿਹੜਾ ਹੈਗਾ ਬਰਾਬਰ ਕਿਹਾ ਜਾਂਦਾ ਪਰ ਮੰਨਿਆ ਨਹੀਂ ਜਾਂਦਾ, ਪਰ ਇੱਕ ਚੀਜ਼ ਸਾਫ਼ ਹੈ, ਕਿਸਾਨ ਅੰਦੋਲਨ ਜੋ ਕਿ 3 ਖੇਤੀ ਕਾਨੂੰਨਾਂ ਦੇ ਖਿਲਾਫ 1 ਸਾਲ ਤੋਂ ਵੱਧ ਸਮਾਂ ਦਿੱਲੀ ਦੀ ਬਰੂਹਾਂ 'ਤੇ ਚੱਲਿਆ, ਉਸ ਵਿੱਚ ਔਰਤਾਂ ਦੀ ਸ਼ਮੂਲੀਅਤ ਨੇ, ਔਰਤਾਂ ਵੱਲੋਂ ਕੀਤੀ ਗਈ ਲੜਾਈ ਨੇ, ਇਸ ਸੰਘਰਸ਼ 'ਚ ਲਿੱਤੇ ਗਏ ਹਿੱਸੇ ਨੇ ਇੱਕ ਚੀਜ਼ ਸਪਸ਼ਟ ਕਰ ਦਿੱਤੀ ਹੈ ਵੀ ਕਿ ਔਰਤਾਂ ਜਿੱਥੇ ਘਰ-ਬਾਰ ਦਾ ਕੰਮ ਕਰਨਾ ਜਾਣਦੀਆਂ ਨੇ, ਜਿੱਥੇ ਨੌਕਰੀ ਕਰਨਾ ਜਾਣਦੀਆਂ ਨੇ, ਉੱਥੇ ਆਪਣੇ ਹੱਕਾਂ ਲਈ ਲੜਨਾ ਵੀ ਜਾਣਦੀਆਂ ਨੇ। ਕਿਵੇਂ ਔਰਤਾਂ ਨੇ ਜਿਹੜਾ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣਾ ਘਰ-ਬਾਰ ਵੀ ਸਾਂਭੇ ਨੇ, ਉਸ ਤੋਂ ਬਾਅਦ ਆ ਕੇ ਅੰਦੋਲਨ ਦੇ ਵਿੱਚ ਵੀ ਹਿੱਸਾ ਲੈਂਦੀਆਂ ਰਹੀਆਂ ਨੇ ਅਤੇ ਡਟ ਕੇ ਖੜੀਆਂ ਰਹੀਆਂ ਨੇ। ਇਸ ਤੋਂ ਜਿਹੜਾ ਸਪਸ਼ਟ ਹੁੰਦਾ ਵੀ ਕਿ ਔਰਤਾਂ ਵੀ ਕਿਤੇ ਨਾ ਕਿਤੇ ਜਿਹੜਾ ਹੈ ਮਰਦਾਂ ਨਾਲ ਬਰਾਬਰ ਖੜ ਸਕਦੀਆਂ ਨੇ, ਜਦ ਕਿ ਲੋੜ ਪੈਣ 'ਤੇ ਉਹਨਾਂ ਨਾਲੋਂ ਅੱਗੇ ਆ ਕੇ ਡਟ ਵੀ ਸਕਦੀਆਂ ਨੇ। ਅਤੇ ਇਸ ਲਈ ਲੋੜ ਹੈ ਵੀ ਕਿ ਇਸ ਸਮੇਂ ਸਮਾਜ ਦੇ ਵਿੱਚ ਔਰਤਾਂ ਨੂੰ ਬਣਦੇ ਅਧਿਕਾਰ ਦਿੱਤੇ ਜਾਣ। ਉਹਨਾਂ ਨਾਲ ਸੰਬੰਧਿਤ ਜਿੰਨੇ ਵੀ ਚਾਹੇ ਉਹ ਕੋਈ ਨਾ ਕੋਈ ਘਟਨਾਵਾਂ ਵਾਪਰ ਰਹੀਆਂ ਨੇ, ਕੋਈ ਕੇਸ ਨੇ, ਉਹਨਾਂ ਨੂੰ ਨਿਪਟਾਰੇ ਲਈ ਵੀ ਕੋਈ ਨਾ ਕੋਈ ਤੁਰੰਤ ਅਜਿਹੀ ਪਾਲਿਸੀ ਇੱਕ ਨੀਤੀ ਤਿਆਰ ਕੀਤੀ ਜਾਵੇ ਤਾਂ ਜੋ ਔਰਤਾਂ ਨਾਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਤੁਰੰਤ ਹੋ ਸਕੇ। ਪਰ ਹੁਣ ਦੇਖਣ ਵਾਲੀ ਗੱਲ ਇਹੀ ਹੋਵੇਗੀ ਵੀ ਕਿ ਚੋਣਾਂ ਦੇ ਵਿੱਚ ਜਦੋਂ ਕਿਸੇ ਵੀ ਸਿਆਸੀ ਧਿਰ ਵੱਲੋਂ ਔਰਤਾਂ ਦਾ ਕੋਈ ਮੁੱਦਾ ਨਹੀਂ ਚੁੱਕਿਆ ਜਾ ਰਿਹਾ, ਕੋਈ ਉਸ ਬਾਰੇ ਗੱਲਬਾਤ ਨਹੀਂ ਕੀਤੀ ਜਾ ਰਹੀ, ਤਾਂ ਇਹ ਗੱਲਬਾਤ ਕਦੋਂ ਹੋਵੇਗੀ। ਇਸ ਲਈ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਹੈ ਵੀ ਕਿ 1 ਹਫ਼ਤੇ ਦਾ ਸਮਾਂ ਚੋਣ ਪ੍ਰਚਾਰ ਦੇ ਵਿੱਚ ਪੰਜਾਬ 'ਚ ਰਹਿ ਚੁੱਕਾ, ਕਿਉਂਕਿ ਅੱਜ 12 ਫਰਵਰੀ ਹੋ ਚੁੱਕੀ ਹੈ ਅਤੇ 20 ਫਰਵਰੀ ਨੂੰ ਜਿਹੜਾ ਚੋਣਾਂ ਦਾ ਦਿਨ ਹੈ, ਅਤੇ ਔਰਤਾਂ ਨੂੰ ਲੈ ਕੇ ਜਿਹੜਾ ਹੈਗਾ ਮੁੱਦਾ ਉਭਾਰਿਆ ਜਾਵੇ, ਗੱਲਬਾਤ ਕੀਤੀ ਜਾਵੇ। ਉੱਥੇ ਹੀ ਸਾਡੇ ਸਮਾਜ ਦੇ ਵਿੱਚ ਔਰਤਾਂ ਨੂੰ ਵੀ ਅਪੀਲ ਹੈ ਵੀ ਕਿ ਜਿੱਥੇ ਉਹ ਹੁਣ ਤੱਕ ਸਿਆਸੀ ਆਗੂਆਂ ਨੂੰ ਹੋਰਨਾਂ ਕੰਮਕਾਰ ਬਾਰੇ ਜਾਂ ਹੋਰਨਾਂ ਹੁਣ ਤੱਕ ਕੀ ਕਰਦੀ ਆਈਆਂ ਨੇ, ਉਹ ਸਿਆਸੀ ਪਾਰਟੀਆਂ ਨੇ ਭਵਿੱਖ 'ਚ ਕੀ ਕਰਨਾ, ਉੱਥੇ ਹੀ ਉਹ ਔਰਤਾਂ ਨਾਲ ਸੰਬੰਧਿਤ ਵੀ ਸਵਾਲ ਪੁੱਛਣ ਵੀ ਕਿ ਤੁਸੀਂ ਅੱਜ ਤੱਕ ਸਾਡੇ ਲਈ ਕੀ ਕੁਝ ਕੀਤਾ ਜਾਂ ਭਵਿੱਖ ਵਿੱਚ ਸਾਡੀ ਸੁਰੱਖਿਆ ਲਈ ਜਿਹੜਾ ਹੈਗਾ ਤੁਹਾਡੇ ਕੋਲ ਕੀ ਨੀਤੀ ਹੈ, ਕੀ ਪਾਲਿਸੀ ਤੁਸੀਂ ਲੈ ਕੇ ਆ ਰਹੇ ਹੋ। ਇਸ ਤਰ੍ਹਾਂ ਦੇ ਵੀ ਸਵਾਲ ਕਰਨ ਦੀ ਲੋੜ ਹੈ
ਤਾਂ ਜੋ ਔਰਤਾਂ ਨੂੰ ਸਮਾਜ ਦੇ ਵਿੱਚ ਬਣਦਾ ਮਾਨ ਸਨਮਾਨ ਅਧਿਕਾਰ ਦਿੱਤਾ ਜਾ ਸਕੇ। ਪੰਜਾਬੀ ਟ੍ਰਿਬਿਊਨ ਵੱਲੋਂ ਲਗਾਤਾਰ ਨਵੇਂ ਮੁੱਦਿਆਂ ਨੂੰ ਜਿਹੜਾ ਹੈਗਾ ਲੋਕਾਂ 'ਚ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਅਸੀਂ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ। ਇਸੇ ਤਰ੍ਹਾਂ ਜਿਹੜਾ ਹੈਗਾ ਨਵੇਂ ਮੁੱਦਿਆਂ ਨੂੰ ਲੈ ਕੇ ਤੁਹਾਡੇ ਵਿੱਚ ਆਉਂਦੇ ਰਵਾਂਗੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।